डॉक्टर साहब जो अज कॉन्फ्रेंस की है जी किन्ना गल्लां ਨੂੰ ਲੈ ਕੇ कॉन्फ्रेंस की है जी? ਇਹ ਜਿਹੜੀ ਕਾਨਫਰੰਸ ਹੈ ਇੱਕ ਮਹਾਮਾਰੀ ਫੈਲੀ ਹੋਈ ਹੈ ਪਿਛਲੇ 15-20 ਦਿਨਾਂ ਤੋਂ, ਜਿਹਦਾ ਹੈਗਾ ਲੰਪੀ ਸਕਿਨ ਡਿਸੀਜ਼। ਜਾਨਵਰਾਂ ਦੇ ਸਰੀਰ ਦੇ ਉੱਤੇ ਧੱਫੜ ਪੈਦਾ ਹੋ ਜਾਂਦੇ ਨੇਗੇ। ਇਹ ਇੱਕ ਵਾਇਰਲ ਇਨਫੈਕਸ਼ਨ ਹੈਗੀ। ਇਹ ਵਾਇਰਸ ਦੇ ਨਾਲ ਇਹ ਜਿਹੜਾ ਵਾਇਰਸ ਹੈਗਾ, ਇਹ ਜਿਹੜਾ ਮੌਸਮ ਹੈਗਾ ਉਹਦੇ ਮੁਤਾਬਕ ਫੈਲਦਾ ਹੈ। ਪਹਿਲੀ ਵਾਰ ਮਤਲਬ ਇਸ ਲੈਵਲ ਦੇ ਉੱਤੇ 20-25 ਸਾਲਾਂ ਦੇ ਵਿੱਚ ਅਸੀਂ ਦੇਖਿਆ ਹੈਗਾ, ਪਹਿਲੀ ਵਾਰ ਇਸ ਮਾਸ ਲੈਵਲ ਦੇ ਉੱਤੇ ਬਿਮਾਰੀ ਫੈਲੀ ਹੈਗੀ। ਅਤੇ ਇਸ ਸੰਬੰਧ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਪੱਤਰਕਾਰ ਭਾਈਚਾਰੇ ਦਾ, ਮੀਡੀਆ ਦਾ ਮੈਂ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮਤਲਬ ਅੱਜ ਇਹ ਆ ਕੇ ਸਾਡੇ ਕੋਲੇ ਲੋਕਾਂ ਨੂੰ ਜਾਗਰੂਕ ਕਰਨਾ, ਪਬਲਿਕ ਦੇ ਵਿੱਚ ਜਿਹੜੀ ਪੈਨਿਕ ਫੈਲੀ ਹੋਈ ਹੈਗੀ ਉਹਨੂੰ ਦੂਰ ਕਰਨਾ ਇਹ ਬਹੁਤ ਜ਼ਰੂਰੀ ਹੋ ਗਿਆ ਸੀਗਾ। ਇਸ ਤੋਂ ਬਾਅਦ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਾਡੇ ਚੀਮਾ ਸਾਹਿਬ ਨੇ, ਜਿਹੜੇ ਹਰਪਾਲ ਸਿੰਘ ਚੀਮਾ ਜੀ ਫਾਈਨਾਂਸ ਮਿਨਿਸਟਰ, ਉਸ ਤੋਂ ਬਾਅਦ ਸਾਡੇ ਜਿਹੜੇ ਮੰਤਰੀ ਨੇ ਮਾਨਯੋਗ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ, ਸਾਡੇ ਪਸ਼ੂ ਪਾਲਣ ਮਹਿਕਮੇ ਦੇ ਸੈਕਟਰੀ ਸਾਹਿਬ, ਸਾਡੇ ਡਾਇਰੈਕਟਰ ਸਾਹਿਬ ਅਤੇ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਵਾਸਤੇ ਦਵਾਈਆਂ ਭੇਜੀਆਂ ਨੇ। ਪਲੱਸ ਮੌਕੇ ਦੇ ਉੱਤੇ ਹੈਦਰਾਬਾਦ ਤੋਂ ਜਿਹੜੀ ਵੈਕਸੀਨ ਮੰਗਵਾਈ ਹੈਗੀ, ਸਾਡੇ ਕੋਲ 2739 ਡੋਜ਼ਾਂ ਗੋਟ ਬਾਕਸ ਵੈਕਸੀਨ ਦੀਆਂ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਵਾਸਤੇ ਪਹੁੰਚ ਚੁੱਕੀਆਂ ਨੇ, ਜਿਹੜੀਆਂ ਅੱਜ ਅਸੀਂ ਵੰਡੀਆਂ ਨੇਗੀਆਂ ਅਤੇ ਅਸੀਂ ਅੱਜ ਹੀ ਲਾਉਣੀਆਂ ਨੇਗੀਆਂ ਉਹ ਤੰਦਰੁਸਤ ਜਾਨਵਰਾਂ ਦੇ, ਤਾਂ ਕਿ ਬਿਮਾਰੀ ਹੈ ਜਿਹੜੀ ਬਿਮਾਰ ਜਾਨਵਰਾਂ ਤੋਂ ਆਈ ਹੋਈ ਹੈ, ਜਿਹੜੇ ਤੰਦਰੁਸਤ ਜਾਨਵਰ ਨੇ ਉਹਨਾਂ ਦੇ ਵਿੱਚ ਨਾ ਫੈਲੇ। ਮੈਂ ਗੌਰਮੈਂਟ ਦਾ, ਸਾਡੇ ਪੰਜਾਬ ਸਰਕਾਰ ਦਾ ਅਤੇ ਸਾਡੇ ਮਹਿਕਮੇ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਬਿਮਾਰੀ ਨੂੰ ਦੁਬਾਰਾ ਫਿਰ ਮੈਂ ਕਹਿੰਦਾ ਵੀ ਸਾਨੂੰ ਵੈਕਸੀਨ ਭੇਜੀ ਹੈ ਅਤੇ ਪਲੱਸ ਸਾਡੇ ਕੋਲ ਦਵਾਈਆਂ ਭੇਜੀਆਂ ਨੇ ਮੌਕੇ ਦੇ ਉੱਤੇ। ਡਾਕਟਰ ਸਾਹਿਬ ਇਹ ਬਿਮਾਰੀ ਇਕੱਲੀਆਂ ਗਾਵਾਂ ਦੇ ਵਿੱਚ ਆ ਗਈ ਕਿ ਹੋਰ ਜਾਨਵਰਾਂ 'ਚ ਵੀ ਆ ਸਕਦੀ ਹੈਗੀ? ਇਹ ਜਿਹੜੀ ਬਿਮਾਰੀ ਹੈਗੀ ਸਿਰਫ ਗਊਆਂ ਦੇ ਵਿੱਚ ਹੈ, ਕੈਟਲ ਵਿੱਚ ਜਾਂ ਗਊਆਂ ਕਹਿ ਲਓ ਉਹਨਾਂ ਨੂੰ ਆਪਾਂ। ਅਤੇ ਕੁਝ ਕੇਸ 5-4 ਕੇਸ ਮੇਰੇ ਕੋਲ ਜਿਹੜੇ ਆਏ ਨੇ ਉਹ ਮੱਝਾਂ ਦੇ ਆਏ ਨੇਗੇ। ਮੱਝਾਂ ਦੇ ਵਿੱਚ ਬਹੁਤ ਛੇਤੀ ਰਿਕਵਰ ਹੋ ਜਾਂਦੀ ਹੈਗੀ। ਦੂਜੀ ਗੱਲ ਇਹ ਹੈ ਜਿਹੜੀ ਬਿਮਾਰੀ ਹੈ ਇਹ 100% ਫੇਟਲ ਨਹੀਂ ਹੈਗੀ, ਜਾਨਵਰ ਮਰਦੇ ਨਹੀਂ ਹੈਗੇ। ਸਿਰਫ ਜਾਨਵਰ ਉਦੋਂ ਹੀ ਮਰਦੇ ਨੇ ਜਦੋਂ ਇਹਨਾਂ ਦਾ ਪ੍ਰੋਪਰ ਇਲਾਜ ਨਾ ਹੋਵੇ, ਜਾਂ ਜਿਹੜੇ ਸਾਡੇ ਝੋਲਾ ਛਾਪ ਡਾਕਟਰ ਨੇਗੇ, ਜਿਹਨੂੰ ਕੋਐਕਸ ਕਹਿੰਦੇ ਹੈਗੇ, ਉਹਨਾਂ ਦੇ ਹੱਥ 'ਚ ਜਦੋਂ ਜਾਨਵਰ ਚੜ੍ਹ ਜਾਂਦਾ ਉਹ ਬਿਨਾਂ ਮਤਲਬ ਤੋਂ ਦਵਾਈਆਂ ਲਾਉਂਦੇ ਨੇ। ਉਹਨਾਂ ਦੇ ਵਾਇਰਸ ਦੀ ਸਿਰਫ ਵੈਕਸੀਨ ਬਣਦੀ ਹੈ ਜਿਹੜੀ ਗੌਰਮੈਂਟ ਨੇ ਸਾਨੂੰ ਦੇ ਦਿੱਤੀ ਹੈਗੀ। ਡਾਕਟਰ ਸਾਹਿਬ ਜਿਹੜੀ ਰੁਕਦੀ ਹੈ। ਡਾਕਟਰ ਸਾਹਿਬ ਜਿਹੜੀਆਂ ਬਾਜ਼ਾਰ ਦੇ ਵਿੱਚ ਅਵਾਰਾ ਗਊਆਂ ਫਿਰਦੀਆਂ ਨੇ ਉਹਨਾਂ ਨੂੰ ਕਿੱਦਾਂ ਨਾਮਜ਼ਦ ਕਰੋਗੇ ਜੀ? ਦੇਖੋ ਜਿਹੜੀਆਂ ਅਵਾਰਾ ਗਊਆਂ ਨੇ ਜੀ, ਇਹ ਮਿਊਨਿਸਪਲ ਕਮੇਟੀ ਹੈ ਜਿਹੜੀ, ਉਹਦਾ ਫਰਜ਼ ਬਣਦਾ ਉਹਨਾਂ ਦੇ ਕਰਮਚਾਰੀ ਦਾ ਸਾਨੂੰ ਦੱਸਣ ਆ ਕੇ ਵੀ ਫਲਾਣੇ ਥਾਂ 'ਤੇ ਵੀ ਗਊਆਂ ਨੂੰ ਇਸ ਤਰ੍ਹਾਂ ਧੱਫੜ ਜਾਂ ਕੁਛ ਹੋਰ ਪੈਦਾ ਹੋਇਆ। ਫਿਰ ਸਾਡੀਆਂ ਟੀਮਾਂ ਬਣੀਆਂ ਹੋਈਆਂ ਨੇ, ਅਸੀਂ ਇਮੀਡੀਏਟਲੀ ਰਿਸਪੌਂਡ ਕਰਦੇ ਹਾਂ। ਅਸੀਂ ਜਾਂਦੇ ਹਾਂ ਉੱਥੇ, ਦਵਾਈਆਂ ਸਾਡੇ ਕੋਲ ਫਰੀ ਆਈਆਂ ਹੋਈਆਂ ਨੇ, ਅਸੀਂ ਲਾਉਂਦੇ ਹਾਂ ਉੱਥੇ ਜਾ ਕੇ। ਜਿਹੜੀਆਂ ਦਵਾਈਆਂ ਅਸੀਂ ਲਾ ਰਹੇ ਹਾਂਗੇ ਉਹਨਾਂ ਦੇ ਵਿੱਚੋਂ ਅਵਾਰਾ ਗਊਆਂ ਨੇ ਜਿਹੜੀਆਂ, ਉਹ ਕੋਈ ਨਹੀਂ ਮਰੀ। ਜਿਹੜੀਆਂ ਸਾਡੀ ਨੌਲੇਜ ਦੇ ਵਿੱਚ ਨਹੀਂ ਆਈਆਂ ਉਹੀ ਮਰੀਆਂ ਨੇ ਸਰ। ਇਹਦੀ ਨਿਸ਼ਾਨੀ ਕੀ ਹੈ ਸਰ? ਜਿਵੇਂ ਅਵਾਰਾ ਗਊਆਂ ਦੇ ਬਾਜ਼ਾਰ 'ਚ ਘੁੰਮਦੇ ਨੇ, ਉਹਨਾਂ ਦਾ ਕਿਵੇਂ ਪਤਾ ਲੱਗੇਗਾ? ਉਹਨਾਂ ਦੇ ਵਿੱਚ ਇਹ ਹੈਗਾ ਜੀ, ਇੱਕ ਤਾਂ ਮੂੰਹ ਦੇ ਵਿੱਚੋਂ ਲਾਲਾਂ ਨਿਕਲਣ ਲੱਗ ਜਾਂਦੀਆਂ ਨੇਗੀਆਂ, ਇੱਕ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ, ਲੈਕਰੀਨੇਸ਼ਨ ਕਹਿੰਦੇ ਨੇਗੇ। ਜਾਨਵਰ ਲੜਖੜਾ ਕੇ ਤੁਰਨ ਲੱਗ ਜਾਂਦਾ, ਮੋਟੇ-ਮੋਟੇ ਧੱਫੜ ਪੈਦਾ ਹੋ ਜਾਂਦੇ ਨੇ। ਇੱਕ ਉਹ ਤੇਜ਼ ਸਾਹ ਲਊਗਾ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਲੰਪੀ ਸਕਿਨ ਡਿਸੀਜ਼ ਹੋ ਗਈ ਹੈ। ਸਰ ਕੋਈ ਸਰਕਾਰ ਨੇ ਨੰਬਰ ਇਸ਼ੂ ਕੀਤਾ ਗਾ ਜੇ ਇੱਦਾਂ ਦੇ ਕੋਈ ਗਵਾਹ? ਹਾਂ, ਗੌਰਮੈਂਟ ਨੇ, ਸਾਡੇ ਡਿਪਟੀ ਕਮਿਸ਼ਨਰ ਸਾਹਿਬਾਨ, ਸਾਡੇ SDO ਸਾਹਿਬਾਨ, ਸਾਡੇ ਡਿਪਟੀ ਡਾਇਰੈਕਟਰ ਸਾਹਿਬਾਨ ਨੇ ਪਰਸੋਂ ਸਾਡੀਆਂ ਜ਼ਿਲ੍ਹੇ ਦੇ ਵਿੱਚ 66 ਟੀਮਾਂ ਬਣਾਈਆਂ ਨੇ। ਉਹਨਾਂ ਦਾ WhatsApp 'ਤੇ, ਸੋਸ਼ਲ ਮੀਡੀਆ 'ਤੇ ਸਾਡੇ ਇਕੱਲੇ ਡਾਕਟਰ ਦੇ ਫੋਨ ਨੰਬਰ, ਰਾਊਂਡ ਦੀ ਕਲੌਕ ਅਸੀਂ ਵਿਜ਼ਿਟ ਕਰ ਰਹੇ ਹਾਂਗੇ। ਕੋਈ ਵੀ ਸਾਨੂੰ ਕੇਸ ਆਉਂਦਾ ਅਸੀਂ ਜਲਦੀ ਰਿਸਪੌਂਡ ਕਰਦੇ ਹਾਂ ਉੱਥੇ। ਪਰ ਸਾਨੂੰ ਕੁਝ ਪ੍ਰੋਬਲਮਾਂ ਨੇ, ਜਿਹੜੇ ਸਾਡੇ RVP ਨੇਗੇ, ਸਰਵਿਸ ਪ੍ਰੋਵਾਈਡਰ ਜਿਹੜੇ ਰੱਖੇ ਸੀ ਗੌਰਮੈਂਟ ਨੇ, ਉਹਨਾਂ ਨੇ ਸਟ੍ਰਾਈਕ ਕਰ ਰੱਖੀ ਹੈ। ਉਹਨਾਂ ਦੀ ਸਟ੍ਰਾਈਕ ਗਲਤ ਉਹਨਾਂ ਨੇ ਕਰੀ ਹੈ ਇਸ ਟਾਈਮ, ਕਿਉਂਕਿ ਸਾਡੇ ਕਿਸਾਨਾਂ ਨੂੰ, ਲੋਕਾਂ ਨੂੰ ਇਸ ਸਮੇਂ ਸਾਡੀ ਲੋੜ ਆ, ਕਿਉਂਕਿ ਸਾਰਿਆਂ ਦੀ ਭੀੜ ਪਈ ਹੋਈ ਹੈਗੀ। ਅਤੇ ਜੇ ਅਸੀਂ ਉਹਨਾਂ ਦੇ ਔਖੇ ਸਮੇਂ ਨਹੀਂ ਕੰਮ ਆ ਸਕਦੇ ਫਾਰਮਰ ਦੇ, ਫਿਰ ਸਾਡੇ ਲਈ ਵੀ ਇਹ ਬਹੁਤ ਗਲਤ ਗੱਲ ਹੈ। ਅਸੀਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 12-12 ਵਜੇ ਤੱਕ ਗਊਸ਼ਾਲਾ ਦੇ ਵਿੱਚ ਜਾਨਵਰਾਂ ਦੀ ਟ੍ਰੀਟਮੈਂਟ ਕਰਦੇ ਹਾਂ। ਮੇਰੇ ਕਈ ਕਰਮਚਾਰੀ 6-7 ਘੰਟੇ ਸੌਂਦੇ ਨੇ। ਅਸੀਂ ਪੂਰੇ ਜੰਗੀ ਪੱਧਰ 'ਤੇ ਇਹ ਕੰਮ ਕਰਨ ਲੱਗੇ ਹੋਏ ਹੈਗੇ।
ਤੇ ਇਹ ਗਵਰਨਮੈਂਟ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਹਾਡੇ ਪੱਤਰਕਾਰ ਭਾਈਚਾਰੇ ਨੂੰ, ਮੀਡੀਆ ਨੂੰ ਵੀ ਇਸ ਗੱਲਾਂ ਨੂੰ ਇਹਨਾਂ ਨੂੰ ਵਰਜਿਆ ਜਾਵੇ। ਲੋਕਾਂ ਨੂੰ ਜਿਹੜੀ ਅੱਜ ਕਾਨਫਰੰਸ ਹੈ ਆਪਾਂ ਨੇ ਇਸੀ ਗੱਲਾਂ ਜਾਗਰੂਕ ਕਰਾਉਂਦੇ ਹਾਂ ਵੀ ਇਹਨਾਂ ਦੇ ਚੁੰਗਲ 'ਚੋਂ ਨਾ ਜਾਣ। ਉਹ ਸਾਡੇ ਜਿਹੜੇ ਹੈਗੇ ਨੇ ਸਰਕਾਰੀ ਹਸਪੀਟਲ ਨੇ, CVH ਨੇ ਤੇ CVDs ਨੇਗੀਆਂ, ਉਹਨਾਂ ਦੇ ਵਿੱਚ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਨੇਗੇ, ਉਹਨਾਂ ਦੀ ਸਲਾਹ ਲਈ ਜਾਵੇ ਇਹ ਕੰਮ ਦੇ ਉੱਤੇ, ਤਾਂ ਕਿ ਜਿਹੜੇ ਸਾਡੇ ਪਸ਼ੂ ਨੇਗੇ, ਪਸ਼ੂ ਧਨ ਹੈ ਜਿਹੜਾ ਇਹਨੂੰ ਬਚਾਇਆ ਜਾ ਸਕੇ। ਤੇ ਦੂਜੇ ਨੰਬਰ 'ਤੇ ਲੋਕਾਂ ਨੇ ਪੈਨਿਕ ਫੈਲਾਈ ਹੋਈ ਹੈ, ਲੋਕਾਂ ਦੇ ਵਿੱਚ ਗੁੰਮਰਾਹ ਕੋ ਨੀਤੀ ਬਣਾਉਂਦੇ ਨੇ। ਕੁਛ ਬਾਬੇ ਨੇਗੇ, ਕੁਛ ਆਪ ਬਣੋ ਆਪੇ ਬਣੋ, ਕੋਈ ਡਾਕਟਰ ਨੇਗੇ ਜਿਹੜੇ ਪੁੱਠੀਆਂ ਸਿੱਧੀਆਂ ਗੱਲਾਂ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਕਹਿੰਦੇ ਨੇ ਵੀ ਕਰੋ। ਇਹ ਗੱਲਾਂ ਬਹੁਤ ਵੱਡੀਆਂ ਨੇਗੀਆਂ ਜਿਹਦੇ ਨਾਲ ਪਸ਼ੂ ਧਨ ਦਾ ਬਹੁਤ ਨੁਕਸਾਨ ਹੋ ਰਿਹਾ ਹੈਗਾ। ਡਾਕਟਰ ਸਾਹਿਬ, ਇੱਕ ਦਹਿਸ਼ਤ ਪਈ ਹੋਈ ਹੈ ਵੀ ਦੁੱਧ ਨਾ ਪੀਣ ਗਊ ਦਾ, ਇਹਦੇ ਬਾਰੇ ਸਰ? ਹਾਂ, ਇਹ ਵੀ ਇਸ ਲੜੀ ਦੇ ਤਹਿਤ ਇਹ ਵੀ ਇੱਕ ਬਹੁਤ ਗਲਤ ਇਹਨਾਂ ਨੇ ਪਬਲਿਕ ਦੇ ਵਿੱਚ ਇਹ ਮੁੱਦਾ ਉਠਾਇਆ ਹੋਇਆ ਹੈਗਾ, ਗਲਤ ਪ੍ਰਚਾਰ ਕਰਿਆ ਜਾ ਰਿਹਾ ਹੈਗਾ। ਗਊਆਂ ਦੇ ਦੁੱਧ ਦਾ ਕੋਈ ਕਿਸੇ ਕਿਸਮ ਦਾ ਡਰ ਨਹੀਂ, ਇਹਨੂੰ ਉਬਾਲ ਕੇ ਦੁੱਧ ਹਮੇਸ਼ਾ ਹੀ ਉਬਾਲ ਕੇ ਪੀਣਾ ਚਾਹੀਦਾ। ਭਾਵੇਂ ਦੀ ਬਿਮਾਰੀ ਦੇ ਵਿੱਚ ਆਏ ਜਾਂ ਭਾਵੇਂ ਵੈਸੇ ਹੈ, ਹਮੇਸ਼ਾ ਹੀ ਦੁੱਧ ਉਬਾਲ ਕੇ ਪੀਣਾ ਚਾਹੀਦਾ। ਤੇ ਇਹ ਬਿਮਾਰੀ ਹੈ ਜਿਹੜੀ ਇਹ ਸਿਰਫ ਗਊਆਂ ਦੀ ਬਿਮਾਰੀ ਹੈ, ਨਾ ਤਾਂ ਇਹ ਕਿਸੇ ਜਾਨਵਰ ਨੂੰ ਆਉਂਦੀ ਹੈ, ਹੋਰ ਨੂੰ, ਕੁੱਤੇ ਬਿੱਲੇ ਨੂੰ ਜਾਂ ਬੰਦਿਆਂ ਦੇ ਵਿੱਚ, ਇਨਸਾਨਾਂ ਦੇ ਵਿੱਚ ਇਹ ਬਿਮਾਰੀ ਨਹੀਂ ਹੈਗੀ। ਕਿਉਂਕਿ ਇਹ ਜਾਨਵਰ ਦੀ ਚਮੜੀ 'ਤੇ ਡਿਪੈਂਡ ਕਰਦਾ ਹੈ, ਕਿਉਂਕਿ ਗਊਆਂ ਦੀ ਚਮੜੀ ਹੈ ਜਿਹੜੀ ਦੇ ਵਾਲ ਜ਼ਿਆਦਾ ਹੁੰਦੇ ਨੇ, ਪਲੱਸ ਉਹ ਮੋਟੀ ਹੁੰਦੀ ਹੈ। ਬੰਦਿਆਂ ਦੇ ਵਿੱਚ ਇਹ ਆ ਨਹੀਂ ਸਕਦੀ। ਬੰਦਿਆਂ ਦੀ ਚਮੜੀ ਹੈ ਜਿਹੜੀ ਉਹ ਗਊਆਂ ਨਾਲੋਂ ਅਲੱਗ ਹੁੰਦੀ ਹੈ। ਬੰਦਿਆਂ ਦੀ ਫਿਜ਼ੀਓਲੋਜੀ ਦਾ ਅਤੇ ਗਊ ਦੀ ਫਿਜ਼ੀਓਲੋਜੀ ਦਾ, ਮੱਝਾਂ ਦੀ ਦਾ, ਹਰੇਕ ਜਾਨਵਰ ਦੀ ਫਿਜ਼ੀਓਲੋਜੀ ਅਲੱਗ ਹੁੰਦੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਕੋਈ ਪੋਰਟਲ ਬਣਾਇਆ ਗਿਆ ਜੀ ਫਾਰਮਰ ਤੇ ਆਮ ਸ਼ਹਿਰੀਆਂ ਨੂੰ ਅਵੇਅਰ ਕਰਨ ਵਾਸਤੇ? ਮੈਂ ਜਿਹੜੀ ਅੱਜ ਕਾਨਫਰੰਸ ਬੁਲਾਈ ਹੈ, ਮੇਰੇ ਪੱਤਰਕਾਰ ਭਾਈਚਾਰਿਆਂ ਨੂੰ ਬੁਲਾ ਕੇ ਬੇਨਤੀ ਕਰਕੇ ਇਸੇ ਕਰਕੇ ਬੁਲਾਈ ਸੀ ਵੀ ਤਾਂ ਕਿ ਮੈਂ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰ ਸਕਾਂ ਵੀ ਕਿਉਂਕਿ ਬਿਮਾਰੀ ਬੰਦਿਆਂ ਦੇ ਵਿੱਚ ਨਹੀਂ ਫੈਲਦੀ, ਨਾ ਹੀ ਇਹ ਦੁੱਧ ਰਾਹੀਂ ਫੈਲਦੀ ਹੈ, ਨਾ ਹੀ ਇਹਦਾ ਕੋਈ ਹੋਰ ਕਾਰਨ ਹੈ। ਇਹ ਗਊਆਂ ਤੋਂ ਗਊਆਂ ਨਹੀਂ ਫੈਲਦੀ ਹੈਗੀ। ਇਹ ਵੀ ਹੁਣ ਪੀਕ 'ਤੇ ਜਾ ਚੁੱਕਿਆ, ਰਿਕਵਰੀ ਦੇ ਵਿੱਚ ਅਸੀਂ ਆ ਰਹੇ ਹਾਂਗੇ। ਮੇਰੇ ਕੋਲ ਗਊਸ਼ਾਲਾ ਹੈਗੀ, ਉਹਦੇ ਵਿੱਚ ਤਕਰੀਬਨ 1700 ਸਾਡੇ ਕੋਲ ਗਊਆਂ ਨੇਗੀਆਂ। ਗਊਸ਼ਾਲਾ ਕਮੇਟੀ ਧੂਰੀ ਜਿੱਦਾਂ ਦਾ ਸਾਡਾ ਇਲਾਜ ਚੱਲ ਰਿਹਾ, ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਮੇਰੇ ਕੋਲ ਇੱਕ ਵੀ ਗਊ ਨਹੀਂ ਮਰੀ। ਜਿੰਨੀਆਂ ਸਾਡੀਆਂ ਗਊ ਸਾਰੀਆਂ ਰਿਕਵਰੀ 'ਚ ਆ ਗਈਆਂ ਨੇਗੀਆਂ। ਡਾਕਟਰ ਸਾਹਿਬ, ਇੱਕ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਗਊਆਂ ਮਰੀਆਂ ਜਾ ਰਹੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਲੋਕ ਇਹ ਖਬਰਾਂ ਸਹੀ ਨੇ ਗਲਤ ਨੇ? ਇਹ ਕੋਈ ਗਊ ਨਹੀਂ ਮਰ ਰਹੀ। ਜਦੋਂ ਤੁਸੀਂ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਜਾਂਦੇ ਹੋਗੇ, ਜਦੋਂ ਤੁਸੀਂ ਇਹਨਾਂ ਕੋਲ ਕੋਐਕਸ ਕੋਲ, ਝੋਲਾ ਛਾਪ ਕੋਲ ਜਾਂਦੇ ਹੋਗੇ, ਇਹ ਤੁਹਾਨੂੰ ਦਵਾਈਆਂ ਐਂਟੀਬਾਇਓਟਿਕਸ ਦਾ ਬਹੁਤ ਗਲਤ ਦੁਰਵਰਤੋਂ ਹੋ ਰਹੀ ਹੈਗੀ, ਜਿਹਦੀ ਕੋਈ ਲੋੜ ਨਹੀਂ ਇੱਥੇ ਲਾਉਣ ਦੀ। ਉਹਦੀ ਸਟ੍ਰੈਸ ਦੇ ਕਾਰਨ ਜਾਨਵਰ ਮਰ ਰਹੇ ਨੇਗੇ। ਜਦੋਂ ਸਾਡੇ ਕੋਲ ਆਉਂਦਾ ਜਾਨਵਰ, ਅਸੀਂ ਉਹਦੀ ਮੈਨੇਜਮੈਂਟ ਕਰਨੀ ਦੱਸਦੇ ਵੀ ਕਿਵੇਂ ਕਰਨਾ, ਲੋਕਾਂ ਨੂੰ ਜਾਗਰੂਕ ਕਰਦੇ ਹਾਂ ਵੀ ਕਿਵੇਂ ਕਰਨੀ ਹੈ। ਜੇ ਹਾਈ ਟੈਂਪਰੇਚਰ ਹੁੰਦਾ ਤਾਂ ਅਸੀਂ ਕੋਲਡ ਸ਼ੌਕ ਦਵਾਉਂਦੇ ਹਾਂ ਉਹਨਾਂ ਨੂੰ, ਠੰਡਾ ਪਾਣੀ ਪਾਉਂਦੇ ਹਾਂ, ਸਿਰਫ ਐਂਟੀਬਾਇਓਟਿਕਸ ਲਾਉਂਦੇ ਉਹਨਾਂ ਨੇ, ਕਿਉਂਕਿ ਵਾਇਰਸ ਦੀ ਕੋਈ ਦਵਾਈ ਦੁਨੀਆ 'ਚ ਨਹੀਂ ਬਣੀ ਹੈਗੀ, ਨਾ ਬਣੀ। ਡਾਕਟਰਾਂ ਦੀਆਂ ਅਸਾਮੀਆਂ ਸਰਕਾਰ ਵੱਲੋਂ ਕੱਢੀਆਂ ਜਾ ਰਹੀਆਂ ਨੇ ਤਾਂ ਕਿ ਸਾਡੇ ਜਿਹੜੇ ਹੋਰ ਹਸਪਤਾਲ ਨੇ ਉਹ ਭਰੇ ਜਾਣ, ਤਾਂ ਕਿ ਅਸੀਂ ਫਿਰ ਇਹ ਜਿਹੜੇ ਕਿਸਾਨ ਨੇ, ਸਾਡੇ ਡੇਅਰੀ ਫਾਰਮ ਨੇ, ਅਸੀਂ ਉਹਨਾਂ ਦੀ ਵੱਧ ਤੋਂ ਵੱਧ ਜਿਹਦੀ ਸਾਡੇ ਤੋਂ ਸੇਵਾ ਹੁੰਦੀ ਅਸੀਂ ਕਰ ਸਕੀਏ। ਸਰ, ਲਾਸਟ ਤੇ ਸਵਾਲ ਹੈਗਾ, ਤੁਸੀਂ ਆਮ ਫਾਰਮਰ ਤੇ ਆਮ ਸ਼ਹਿਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋਗੇ? ਮੈਂ ਆਮ ਸ਼ਹਿਰੀ ਤੇ ਸਾਰੇ ਸਾਡੇ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕ ਵੀਰਾਂ ਨੂੰ ਤੇ ਆਮ ਆਵਾਮ ਜਨਤਾ ਨੂੰ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਇਹ ਬਿਮਾਰੀ ਫੈਲੀ ਹੈ, ਇਹ ਤੋਂ ਕਿਸੇ ਘਬਰਾਉਣ ਦੀ ਲੋੜ ਨਹੀਂ ਹੈਗੀ। ਜਾਨਵਰ ਕੋਈ ਨਹੀਂ ਮਰਦਾ, ਸਾਰੇ ਠੀਕ ਹੋ ਜਾਂਦੇ ਨੇ 5-4 ਦਿਨਾਂ ਬਾਅਦ। ਤੇ ਜਿਹੜਾ ਦੁੱਧ ਹੈ ਇਹਨਾਂ ਦਾ, ਉਹ ਤੁਸੀਂ ਰਿੱਝ ਕੇ ਪੀਓ, ਕੋਈ ਬਿਮਾਰੀ ਨਹੀਂ ਫੈਲਦੀ ਦੁੱਧ ਵਿੱਚ। ਦੁੱਧ ਸਿਰਫ ਗਰਮ ਕਰਕੇ ਪੀਣਾ ਤੁਸੀਂ ਨੇ। ਦੂਜੇ ਨੰਬਰ 'ਤੇ ਇਹ ਜਿਹੜੇ ਗਲਤ ਬੰਦੇ ਨੇਗੇ, ਝੋਲਾ ਛਾਪ ਜਾਂ ਅਨਕੁਆਲੀਫਾਈਡ ਪਰਸਨ ਨੇ, ਇਹਨਾਂ ਦੀਆਂ ਗੱਲਾਂ ਵਿੱਚ ਨਾ ਆਵੋ, ਇਹਨਾਂ ਨੂੰ ਨਾ ਸੁਣੋ। ਸਿਰਫ ਸਾਡੇ ਜਿਹੜੇ ਸਰਕਾਰੀ ਅਦਾਰੇ ਨੇ ਜਾਂ ਸਾਡਾ ਕੁਆਲੀਫਾਈਡ ਵੈਟਰਨਰੀ ਡਾਕਟਰ ਨੇ, ਉਹਨਾਂ ਦੇ ਨਾਲ ਹੀ ਸੰਪਰਕ ਰੱਖੋ ਆਪਣਾ, ਤਾਂ ਕਿ ਆਪਾਂ ਪਸ਼ੂ ਧਨ ਨੂੰ ਬਚਾ ਸਕੀਏ ਅਤੇ ਆਪਣੀ ਲੋਕਾਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਜਿਹੜਾ ਧੰਦਾ ਇਹਨੂੰ ਬੁਲੰਦ ਕਰ ਸਕੀਏ ਅਤੇ ਕਿਸਾਨਾਂ ਨੂੰ ਕੋਈ ਘਾਟ ਨਾ ਪਵੇ ਇਸ ਸੰਬੰਧ ਦੇ ਵਿੱਚ। ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਡਾਕਟਰ ਦੀ ਘਾਟ ਹੈਗੀ, ਭਾਵੇਂ ਦੀ ਸਾਡੇ ਵੈਟਰਨਰੀਅਨ ਨੇ, ਬੇਸ਼ੱਕ ਸਾਡੇ ਮੈਡੀਕਲ ਅਫਸਰ ਨੇਗੇ, MBBS ਨੇਗੇ, ਨੀਟ ਦੇ ਵਿੱਚ ਜਿਹੜੇ ਗੌਰਮੈਂਟ ਦੇ ਕੋਟੇ ਦੀਆਂ ਸੀਟਾਂ ਨੇਗੀਆਂ, ਪ੍ਰਾਈਵੇਟ ਕਾਲਜਾਂ ਦੇ ਵਿੱਚ
ਉਹਨਾਂ ਨੂੰ ਕੇਂਦਰ ਸਰਕਾਰ ਦੇ ਆਧਾਰ ਦੇ ਉੱਤੇ ਜਾਂ ਕਿ ਤਾਮਿਲਨਾਡੂ ਗਵਰਨਮੈਂਟ ਨੇ ਇੱਕ ਬਿੱਲ ਲਾਗੂ ਕਰਿਆ NMC। ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਵੀ ਉਹਨੂੰ ਤੁਰੰਤ ਪੰਜਾਬ ਦੇ ਵਿੱਚ ਵੀ ਲਾਗੂ ਕਰੋ, ਤਾਂ ਕਿ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਡਾਕਟਰ ਬਣ ਸਕਣ, ਤਾਂ ਕਿ ਲੋਕ ਸੇਵਾ, ਪਸ਼ੂ ਧਨ ਸੇਵਾ ਅਸੀਂ ਕਰ ਸਕੀਏ, ਤਾਂ ਕਿ 50% ਸੀਟਾਂ ਨੇ ਜਿਹੜੀਆਂ ਉਹ ਗਵਰਨਮੈਂਟ ਕੋਟੇ 'ਚੋਂ ਭਰੀਆਂ ਜਾ ਸਕਣ। ਫਾਰਮਾਸਿਊਟੀਕਲ ਕੰਪਨੀ ਦੇ ਸਤਿਕਾਰਯੋਗ ਮੈਨੇਜਰ ਸਾਹਿਬ ਜੀ ਆਏ ਨੇਗੇ ਇੰਡੀਅਨ ਪੈਟ ਫਾਰਮਾਂ ਤੋਂ। ਇਹਨਾਂ ਨੇ ਸਾਨੂੰ ਦਾਨ ਵਜੋਂ 5000 ਰੁਪਈਆ ਦਿੱਤਾ ਹੈਗਾ ਵੀ ਦਵਾਈਆਂ ਵਾਸਤੇ, ਵੀ ਤੁਸੀਂ ਆਪਦੇ ਲੈਵਲ ਤੇ ਦਵਾਈਆਂ ਖਰੀਦ ਕੇ ਸਾਡੇ ਵੱਲੋਂ ਅਵਾਰਾ ਪਸ਼ੂਆਂ ਦੇ ਵਿੱਚ ਜਾਂ ਗਊਸ਼ਾਲਾ ਦੇ ਵਿੱਚ ਜਾਂ ਕੋਈ ਗਰੀਬ ਕਿਸਾਨ ਹੈ, ਕਿਸ ਦੇ ਜਾਨਵਰ ਰੱਖੇ ਨੇ, ਉਹਨਾਂ ਦੇ ਬਾਰੇ ਵਾਸਤੇ ਉਹਨਾਂ ਦੇ ਜਾਨਵਰਾਂ ਨੂੰ ਤੁਸੀਂ ਇਹਨੂੰ ਵਰਤ ਸਕੋ। ਮੈਂ ਇਹਨਾਂ ਦਾ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਮੇਰੇ ਪੱਤਰਕਾਰ ਭਾਈਚਾਰੇ ਦਾ, ਮੀਡੀਆ ਦਾ ਤੇ ਪੰਜਾਬ ਸਰਕਾਰ ਦਾ, ਸਾਡੇ ਮਹਿਕਮੇ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਜੰਗੀ ਪੱਧਰ ਤੇ ਇਹ ਕੰਮ ਜਾਰੀ ਰੱਖਿਆ ਹੈਗਾ ਜਾਨਵਰਾਂ ਨੂੰ ਬਚਾਉਣ ਦਾ। ਤੇ ਬਾਣੀ ਦੇ ਵਿੱਚ ਵੀ ਲਿਖਿਆ ਹੈਗਾ ਇਹ ਗੱਲ, ਇਹ ਖੜ ਖਾਵਾ ਅੰਮ੍ਰਿਤ ਦੇਈ, ਇਹ ਚੌਥੀ ਪਾਤਸ਼ਾਹੀ ਦੇ ਸ਼ਬਦ ਨੇਗੇ ਵੀ ਇਹ ਜਿਹੜੇ ਜਾਨਵਰ ਨੇ ਸਾਨੂੰ ਤੂੜੀ ਖਾ ਕੇ, ਕੱਖ ਖਾ ਕੇ, ਹਰੇ ਬਾਈ ਖਾ ਕੇ ਸਾਨੂੰ ਇਹ ਅੰਮ੍ਰਿਤ ਸਮਾਨ ਦੁੱਧ ਦਿੰਦੇ ਨੇ, ਤਾਂ ਕਿ ਅਸੀਂ ਇਹਨਾਂ ਨੂੰ, ਸਾਡਾ ਵੀ ਫਰਜ਼ ਬਣਦਾ ਸੀ ਇਹਨਾਂ ਨੂੰ ਬਚਾਈਏ। ਸਰ, ਜੋ ਸ਼ਹਿਰ ਦੀ ਹਦੂਦ ਦੇ ਅੰਦਰ ਨਵੀਂ ਬਿਮਾਰੀ ਚੱਲੀ ਹੈ ਜਾਨਵਰਾਂ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਗਾਈਡਲਾਈਨ ਫੋਲੋ ਕੀਤੀ ਨੇ? ਡਿਪਟੀ ਕਮਿਸ਼ਨਰ ਸੰਗਰੂਰ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ 2 ਦਿਨ ਪਹਿਲਾਂ, ਤੇ SDM ਸਾਹਿਬ ਵੱਲੋਂ ਵੀ ਹਦਾਇਤਾਂ ਪ੍ਰਾਪਤ ਹੋਈਆਂ ਨੇ, ਤੇ ਉਹਨਾਂ ਵੱਲੋਂ ਹੈਲਥ ਡਿਪਾਰਟਮੈਂਟ, ਵੈਟਰਨਰੀ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਇਸ ਬਾਰੇ ਕਿ ਪਸ਼ੂਆਂ ਦੇ ਵਿੱਚ ਜੋ ਇਹ ਸਕਿਨ, ਲੰਪੀ ਸਕਿਨ ਦੀ ਬਿਮਾਰੀ ਚੱਲੀ ਹੈ, ਤੇ ਇਹਦੇ ਨਾਲ ਜਿਹੜੇ ਨਾਲ ਦੇ ਪਸ਼ੂ ਉਹਨਾਂ ਦੇ ਹੋਰ ਹੁੰਦੇ ਹੈ, ਉਹ ਟਰਾਂਸਮਿਟੇਬਲ ਹੈਗੀ ਹੈ ਬਿਮਾਰੀ। ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਜੇਕਰ ਕੋਈ ਬੇਸਹਾਰਾ ਪਸ਼ੂ ਮਰ ਜਾਂਦਾ ਹੈਗਾ ਸੜਕ ਵਗੈਰਾ 'ਤੇ, ਤਾਂ ਉਹ ਅਸੀਂ ਹੀ ਮਤਲਬ ਕਮੇਟੀ ਵੱਲੋਂ ਆਪਣਾ ਸਟਾਫ ਰਾਹੀਂ ਉਸ ਨੂੰ ਚੁਕਵਾਉਣਾ ਹੈ, ਅਤੇ ਉਸ ਨੂੰ ਦਫਨਾਉਣ ਦੀ ਜੋ ਵਿਧੀ ਹੈ ਉਹ ਸਾਨੂੰ ਡਿਪਾਰਟਮੈਂਟ ਵੱਲੋਂ, ਵੈਟਰਨਰੀ ਡਿਪਾਰਟਮੈਂਟ ਵੱਲੋਂ ਪ੍ਰਾਪਤ ਹੋਈ ਹੈ। ਅਤੇ ਇਸ ਦੇ ਨਾਲ ਹੀ ਸਾਨੂੰ ਮਾਨਯੋਗ SDM ਧੂਰੀ ਜੀ ਵੱਲੋਂ BDPO ਸਾਹਿਬ ਨਾਲ ਤਾਲਮੇਲ ਕਰਵਾਇਆ ਗਿਆ ਕਿ ਇਹਨਾਂ ਨੂੰ ਸਿਸਟਮੈਟਿਕ ਤਰੀਕੇ ਨਾਲ ਐਜ਼ ਪਰ ਜੋ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ, ਇਸ ਨੂੰ ਇਹਨਾਂ ਨੂੰ ਦਫਨਾਉਣ ਲਈ ਉਹ ਜਗ੍ਹਾ ਸਾਨੂੰ ਅਵੇਲੇਬਲ BDPO ਸਾਹਿਬ ਨੇ ਕਰਵਾਉਣੀ ਹੈ, ਅਤੇ ਉਹਨਾਂ ਵੱਲੋਂ ਪੂਰਾ ਭਰੋਸਾ ਦਿਲਾਇਆ ਗਿਆ ਵੀ ਕਿਸੇ ਵੀ ਸਮੇਂ ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਦਫਨਾਉਣ ਦੀ, ਤਾਂ ਉਹਨਾਂ ਵੱਲੋਂ ਜਗ੍ਹਾ ਮੁਹੱਈਆ ਕਰਵਾ ਦਿੱਤੀ ਜਾਏਗੀ। ਇਸ ਤੋਂ ਇਲਾਵਾ ਗਊਸ਼ਾਲਾ ਦੇ ਵਿੱਚ ਸੈਨੀਟਾਈਜੇਸ਼ਨ ਵਾਸਤੇ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਹੋਈਆਂ ਸੀ, ਜੋ ਕਿ ਅਸੀਂ ਕੱਲ੍ਹ ਕਰਵਾਇਆ ਹੈਗਾ, ਅਤੇ ਹੁਣ ਵੀ ਸਮੇਂ-ਸਮੇਂ 'ਤੇ ਕਰਵਾਉਂਦੇ ਰਹਾਂਗੇ। ਇਸ ਤੋਂ ਇਲਾਵਾ ਸਾਨੂੰ ਇਹ ਵੀ ਵੈਟਰਨਰੀ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਆਮ ਪਬਲਿਕ ਨੂੰ ਇਹਦੇ ਵਿੱਚ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਜੇ ਤੱਕ ਕੋਈ ਇਸ ਤਰੀਕੇ ਦਾ ਸਾਹਮਣੇ ਨਹੀਂ ਆਏ ਐਸੀ ਕੋਈ ਵੀ ਐਵੀਡੈਂਸ ਕਿ ਇਹ ਜਿਹੜੀ ਹੈਗੀ ਬਿਮਾਰੀ ਪਸ਼ੂਆਂ ਤੋਂ ਇਨਸਾਨਾਂ ਨੂੰ ਟਰਾਂਸਮਿਟੇਬਲ ਹੋਵੇ। ਅਤੇ ਪਰੰਤੂ ਆਪਣੇ ਲੈਵਲ 'ਤੇ ਬੇਸ਼ੱਕ ਇਹਤਿਆਤ ਰੱਖੀ ਜਾ ਸਕਦੀ ਹੈ, ਪਰੰਤੂ ਅਫਵਾਹਾਂ ਤੋਂ ਘਬਰਾਉਣ ਦੀ ਕਿਸੇ ਪ੍ਰਕਾਰ ਦੀ ਜ਼ਰੂਰਤ ਨਹੀਂ। ਨਗਰ ਕੌਂਸਲ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਕੋਈ ਸੰਦੇਸ਼ ਜੀ? ਇਹਦੇ ਵਿੱਚ ਅਸੀਂ ਆਪਣੇ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਪੂਰਾ ਮੁਸਤੈਦ ਕੀਤਾ ਹੋਇਆ, ਅਤੇ ਜਿਹੜੇ ਕੰਟਰੈਕਟਰਾਂ ਦੀ ਅਸੀਂ ਲਿਫਟਿੰਗ ਕਰਵਾਉਂਦੇ ਹਾਂ ਉਹ ਵੀ ਪੂਰਾ ਮੁਸਤੈਦ ਹੈ, ਮਸ਼ੀਨਰੀ ਪੂਰੀ ਹਾਜ਼ਰ ਹੈ। ਪਰੰਤੂ ਇਹਦੇ 'ਚ ਕੱਲ੍ਹ ਅਸੀਂ 8 ਜਾਨਵਰ ਚੁਕਵਾਏ ਨੇ ਅਲੱਗ-ਅਲੱਗ ਜਗ੍ਹਾਵਾਂ ਤੋਂ, ਕੁਝ ਟਾਈਮ ਲੱਗ ਜਾਂਦਾ ਹੈਗਾ, ਅਤੇ ਉਹਦੇ ਨਾਲ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜੇ ਕੋਈ ਪਸ਼ੂ ਮਰਿਆ ਮਿਲਦਾ ਹੈ, ਆਪਾਂ ਨੂੰ ਦਿਖਦਾ ਹੈ, ਤਾਂ ਸਾਡਾ ਸੈਨੀਟਰੀ ਇੰਸਪੈਕਟਰ ਹੈ, ਨੰਬਰ ਮੈਂ ਬੋਲ ਦਿੰਦਾ ਆਪ ਜੀ ਦੇ ਮਾਧਿਅਮ ਰਾਹੀਂ 98150 21996 21696 98150 21696। ਇਹ ਸਾਡੇ ਸੈਨੀਟਰੀ ਇੰਸਪੈਕਟਰ ਸ਼੍ਰੀ ਰਾਜੇਸ਼ ਕੁਮਾਰ ਦਾ ਨੰਬਰ ਹੈਗਾ। ਕਦੇ ਵੀ ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ, ਤਾਂ ਕਿ ਬਜਾਏ ਕਿ ਸਾਨੂੰ ਦੂਸਰੇ ਤੀਸਰੇ ਦਿਨ ਪਤਾ ਲੱਗੇ, ਆਲੇ ਦੁਆਲੇ ਦੇ ਲੋਕ ਸਾਨੂੰ ਉਸੇ ਦਿਨ ਦੱਸ ਦੇਣ, ਜਲਦੀ ਤੋਂ ਜਲਦੀ ਲਿਫਟਿੰਗ ਕਰਵਾ ਕੇ ਉਹਨੂੰ ਦਫਨਾਇਆ ਜਾ ਸਕੇ।